ਅੱਜ ਆਪਾਂ ਗੱਲ ਕਰਾਂਗੇ ਜਿਹੜਾ ਟਾਸਕ 2 ਆਇਆ ਸੀ ਰਾਈਟਿੰਗ ਦਾ ਐਗਜ਼ਾਮ ਦੇ ਵਿੱਚ ਔਨ 7th October 2023 ਨੂੰ। ਸੋ ਟਾਸਕ ਕੀ ਸੀਗਾ? ਸਮ ਪੀਪਲ ਬਲੀਵ ਦੈਟ ਪੀਪਲ ਹੂ ਰੀਡ ਬੁੱਕਸ ਕੈਨ ਡਿਵੈਲਪ ਮੋਰ ਇਮੈਜੀਨੇਸ਼ਨ ਐਂਡ ਲੈਂਗੁਏਜ ਸਕਿੱਲ ਦੈਨ ਦੋਜ਼ ਹੂ ਪ੍ਰੈਫਰ ਟੂ ਵਾਚ TV। ਸੋ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ? ਇਹਦੇ ਵਿੱਚ ਆਪਣੀ ਸਟੇਟਮੈਂਟ ਦਾ ਮੀਨਿੰਗ ਸੀਗਾ ਕਿ ਜਿਹੜੇ ਲੋਕ ਬੁੱਕਸ ਰੀਡ ਕਰਦੇ ਆ ਉਹ ਜ਼ਿਆਦਾ ਡਿਵੈਲਪ ਕਰ ਸਕਦੇ ਆ ਇਮੈਜੀਨੇਸ਼ਨ ਐਂਡ ਲੈਂਗੁਏਜ ਸਕਿੱਲ ਦੈਨ ਉਹਨਾਂ ਨਾਲੋਂ ਜਿਹੜੇ TV ਦੇਖਦੇ ਆ ਕੁਝ ਲੋਕਾਂ ਦੇ ਅਕੋਰਡਿੰਗ। ਸੋ ਆਪਾਂ ਇਹਦੇ ਵਿੱਚ ਐਗਰੀ ਹੋਣਾ ਸੀ ਜਾਂ ਡਿਸਐਗਰੀ ਐਂਡ ਅਕੋਰਡਿੰਗ ਕੀ ਆ ਆਪਾਂ ਇਹਦੇ ਵਿੱਚ ਬੈਟਰ ਲਿਖ ਸਕਦੇ ਹਾਂ ਜੇ ਆਪਾਂ ਐਗਰੀ ਹੋਵਾਂਗੇ। ਹੁਣ ਐਗਰੀ ਦੇ ਵਿੱਚ ਆਪਾਂ ਬੈਟਰ ਕਿਉਂ ਲਿਖ ਸਕਦੇ ਹਾਂ? ਕਿਉਂਕਿ ਇਹਦੇ ਵਿੱਚ ਪੁਆਇੰਟ ਦੇਖੋ, ਹੁਣ ਜਦੋਂ ਵੀ ਆਪਾਂ ਬੁੱਕ ਰੀਡ ਕਰਦੇ ਹਾਂ ਫਸਟ ਆਫ ਆਲ ਇਮੈਜੀਨੇਸ਼ਨ ਸਕਿੱਲ ਨੂੰ ਹੀ ਆਪਾਂ ਲੈ ਕੇ ਚੱਲਦੇ ਹਾਂ ਕਿਵੇਂ ਇੰਪਰੂਵ ਹੋਊਗੀ। ਜਦੋਂ ਬੁੱਕ ਕੋਈ ਰੀਡ ਕਰਾਂਗੇ ਉਹਦੇ ਵਿੱਚ ਆਪਾਂ ਡਿਫਰੈਂਟ ਕਰੈਕਟਰਸ ਈਵੈਂਟਸ ਬਾਰੇ ਪੜ੍ਹਾਂਗੇ, ਉਹਦੇ ਜਿਹੜੇ ਵੀ ਰਾਈਟਰ ਨੇ ਮੈਂਸ਼ਨ ਕੀਤੇ ਹੋਣਗੇ, ਦੈਨ ਆਪਾਂ ਉਹਨਾਂ ਨੂੰ ਇਮੈਜਿਨ ਕਰਾਂਗੇ, ਵਿਜ਼ੂਅਲਾਈਜ਼ ਕਰਾਂਗੇ ਆਪਣੇ ਮਾਈਂਡ ਦੇ ਵਿੱਚ ਵੀ ਲਾਈਕ ਹਾਂ ਇਸ ਤਰੀਕੇ ਨਾਲ ਹੋਇਆ ਹੋਊਗਾ। ਸਾਰਾ ਕੁਝ ਆਪਾਂ ਉਹਨੂੰ ਮਾਈਂਡ ਦੇ ਵਿੱਚ ਲੈ ਕੇ ਚੱਲਾਂਗੇ। ਸੋ ਇਹਦੇ ਨਾਲ ਕੀ ਹੁੰਦਾ ਕਿ ਇਮੈਜੀਨੇਸ਼ਨ ਸਕਿੱਲਸ ਆਪਣੀ ਇੰਪਰੂਵ ਹੁੰਦੀ ਆ। ਬਟ ਜੇ ਆਪਾਂ ਇਹੀ ਚੀਜ਼ਾਂ TV 'ਤੇ ਦੇਖਦੇ ਹਾਂ ਤਾਂ TV ਨਾਲ ਕੀ ਆਪਾਂ ਸਿਰਫ ਉਹਨੂੰ ਦੇਖਾਂਗੇ ਕਿਉਂਕਿ ਜਿਹੜੇ ਆਪਣੇ ਸਾਰੇ ਸੀਨ ਆ ਵਗੈਰਾ ਉਹਦੇ ਵਿੱਚ ਕਰੈਕਟਰ ਆ ਸਾਰੇ ਸਾਹਮਣੇ ਆਈ ਜਾਣਗੇ। ਆਪਾਂ ਨੂੰ ਕੋਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਪਊਗੀ, ਆਪਾਂ ਨੂੰ ਇਮੈਜਿਨ ਕਰਨ ਦੀ ਲੋੜ ਨਹੀਂ ਪਊਗੀ। ਇਸ ਕਰਕੇ ਮੇਰੇ ਅਕੋਰਡਿੰਗ ਜਿਹੜਾ ਟੈਲੀਵਿਜ਼ਨ ਇੰਨਾ ਹੈਲਪਫੁਲ ਨਹੀਂ ਗਾ ਜੇ ਆਪਾਂ ਗੱਲ ਕਰੀਏ ਇਮੈਜੀਨੇਸ਼ਨ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ। ਸੋ ਬੁੱਕਸ ਜ਼ਿਆਦਾ ਹੈਲਪਫੁਲ ਆ। ਸੋ ਇੱਕ ਮੇਰਾ ਇਹ ਮੇਨ ਪੁਆਇੰਟ ਹੋਊਗਾ। ਐਂਡ ਸੈਕਿੰਡ, ਹੁਣ ਉਹਨਾਂ ਨੇ ਇੱਕ ਲੈਂਗੁਏਜ ਸਕਿੱਲਸ ਨੂੰ ਇਹਦੇ ਵਿੱਚ ਮੈਂਸ਼ਨ ਕੀਤਾ। ਸੋ ਲੈਂਗੁਏਜ ਸਕਿੱਲਸ ਵੀ ਆਪਾਂ ਕਹਿ ਸਕਦੇ ਹਾਂ ਬੁੱਕਸ ਜ਼ਿਆਦਾ ਹੈਲਪਫੁਲ ਹੁੰਦੀਆਂ। ਕਿਉਂਕਿ ਜਦੋਂ ਵੀ ਆਪਾਂ ਬੁੱਕ ਰੀਡ ਕਰਦੇ ਹਾਂ ਇੱਕ ਰਾਈਟਰ ਦੇ ਰਾਈਟਿੰਗ ਸਟਾਈਲ ਬਾਰੇ ਪਤਾ ਲੱਗਦਾ, ਲਾਈਕ ਇੱਕ ਲਾਈਨ ਨੂੰ ਕਿਹੜੇ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ। ਐਂਡ ਗ੍ਰਾਮਰ ਦਾ ਪਤਾ ਲੱਗਦਾ, ਕਿਵੇਂ ਗ੍ਰਾਮਰ ਨੂੰ ਯੂਜ਼ ਕਰਨਾ, ਸੈਂਟੈਂਸ ਕਿਵੇਂ ਬਣਾਉਣੇ ਆ, ਸੈਂਟੈਂਸ ਬਾਰੇ ਇਨਫੋਰਮੇਸ਼ਨ ਮਿਲਦੀ ਆ। ਐਂਡ ਦੈਨ ਕੀ ਆਪਾਂ ਰੇਂਜ ਆਫ ਵੋਕੈਬਲਰੀ ਮੀਨਸ ਜਿਹੜੀ ਵੋਕੈਬਲਰੀ ਦੀ ਰੇਂਜ ਆ ਉਹ ਆਪਾਂ ਆਪਦੀ ਇਨਕਰੀਜ਼ ਕਰ ਸਕਦੇ ਹਾਂ। ਸੋ ਦੈਟਸ ਵਾਈ ਆਈ ਐਗਰੀ ਵਿਦ ਦਿਸ ਸਟੇਟਮੈਂਟ। ਓਕੇ, ਸੋ ਆਪਾਂ ਇਹਦਾ ਜਿਹੜਾ ਆਨਸਰ ਆ ਉਹ ਡਿਸਕਸ ਕਰਦੇ ਹਾਂ। ਓਕੇ, ਫਸਟ ਆਫ ਆਲ ਆਪਾਂ ਕੀ ਲਿਖਣਾ ਹੁੰਦਾ ਇੱਕ ਟਾਸਕ 2 ਦੇ ਵਿੱਚ? ਇੰਟਰੋਡਕਸ਼ਨ। ਹੁਣ ਇੰਟਰੋਡਕਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਮੇਨ ਹੁੰਦੀਆਂ? ਤੁਹਾਡੀ ਪੈਰਾਫਰੇਜ਼ਿੰਗ ਐਂਡ ਥੀਸਿਸ। ਸੋ ਕਈ ਸਟੂਡੈਂਟ ਕਹਿੰਦੇ ਆ ਕਿ ਜਨਰਲ ਲਾਈਨ ਸਰ ਐਡ ਕਰੀਏ ਕਿ ਨਾ ਕਰੀਏ, ਬਟ ਮੇਰੇ ਅਕੋਰਡਿੰਗ ਜਨਰਲ ਲਾਈਨ ਆ ਜਿਹੜੀ ਉਹਦਾ ਕੋਈ ਬੈਨੀਫਿਟ ਨਹੀਂ ਗਾ। ਤੁਹਾਡੀ ਰੋਂਗ ਵੀ ਨਹੀਂ ਹੋਊਗੀ ਬਟ ਉਹਦਾ ਕੋਈ ਬੈਨੀਫਿਟ ਵੀ ਨਹੀਂ ਗਾ। ਓਕੇ, ਸੋ ਸਿੰਪਲ ਪੈਰਾਫਰੇਜ਼ਿੰਗ ਤੋਂ ਸਟਾਰਟ ਕਰਿਆ ਕਰੋ। ਹੁਣ ਜਿਵੇਂ ਸਟਾਰਟਿੰਗ ਵਿੱਚ ਉਹਨਾਂ ਨੇ ਲਿਖਿਆ ਸਮ ਪੀਪਲ ਬਲੀਵ, ਪਹਿਲਾਂ ਤਾਂ ਇਹਨੂੰ ਪੈਸਿਵ ਦੇ ਵਿੱਚ ਕਰ ਲਓ। ਸਮ ਪੀਪਲ ਬਲੀਵ ਲਾਈਕ ਇਟ ਇਜ਼ ਕੰਸੀਡਰਡ ਬਾਈ certain individuals that reading books can be more beneficial in order to foster the imagination and linguistic skills as compared to watching television। ਓਕੇ, ਸੋ ਸੇਮ ਮੀਨਿੰਗ ਕੱਢ ਲਿਆ ਕਿ ਜਿਹੜੀਆਂ ਰੀਡਿੰਗ ਬੁੱਕਸ ਜੇ ਆਪਾਂ ਰੀਡ ਕਰਾਂਗੇ ਤਾਂ ਜ਼ਿਆਦਾ ਬੈਨੀਫਿਸ਼ੀਅਲ ਹੋ ਸਕਦੀਆਂ ਇਮੈਜੀਨੇਸ਼ਨ ਐਂਡ ਲਿੰਗੁਇਸਟਿਕ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ। ਓਕੇ, ਸੋ ਐਜ਼ ਕੰਪੇਅਰ ਟੂ ਵਾਚਿੰਗ ਟੈਲੀਵਿਜ਼ਨ। ਸੋ ਆਈ ਐਮ ਗੋਇੰਗ ਟੂ ਪੁੱਟ ਮਾਈ ਐਗਰੀਮੈਂਟ। ਫਸਟ BP ਦੀ ਸਟਾਰਟਿੰਗ ਕਰਦੇ ਆਪਾਂ। ਸੋ ਗੁੱਡ ਰੀਜ਼ਨ ਟੂ ਪੁੱਟ ਮਾਈ ਐਗਰੀਮੈਂਟ ਵਿਦ ਦਿਸ ਨੋਸ਼ਨ ਇਜ਼ ਦੈਟ ਬੁੱਕਸ ਅਸਿਸਟ ਦ ਇੰਡੀਵਿਜੂਅਲਸ ਟੂ ਐਕਸਪਲੋਰ ਡਿਫਰੈਂਟ ਕਾਈਂਡਸ ਆਫ ਵੋਕੈਬਲਰੀ। ਸੋ ਜਿਵੇਂ ਆਪਾਂ ਲੈਂਗੁਏਜ ਵਾਲਾ ਹੁਣ ਇਹਦੇ ਵਿੱਚ ਜਿਹੜਾ ਉਹਨਾਂ ਨੇ ਲੈਂਗੁਏਜ ਸਕਿੱਲਸ ਕਿਵੇਂ ਇੰਪਰੂਵ ਹੁੰਦੀ ਉਹਨੂੰ ਆਪਾਂ ਡਿਸਕ੍ਰਾਈਬ ਕਰਾਂਗੇ। ਆਪਾਂ ਮੇਨ ਪੁਆਇੰਟ ਲੈ ਲਿਆ ਕਿ ਬੁੱਕਸ ਹੈਲਪ ਕਰਦੀਆਂ ਇੰਡੀਵਿਜੂਅਲਸ ਦੀ ਕਿ ਉਹ ਡਿਫਰੈਂਟ ਕਾਈਂਡਸ ਆਫ ਵੋਕੈਬਲਰੀ ਨੂੰ ਐਕਸਪਲੋਰ ਕਰਦੇ ਆ ਜਦੋਂ ਵੀ ਉਹ ਰੀਡ ਕਰਦੇ ਆ। ਓਕੇ, ਟੂ ਇਲੈਬੋਰੇਟ, ਇਟ ਇਜ਼ ਐਨ ਅਨਡੇਨੇਬਲ ਫੈਕਟ ਵੈਨ ਪੀਪਲ ਰੀਡ ਬੁੱਕਸ ਦੇ ਕਮ ਟੂ ਨੋ ਡਿਫਰੈਂਟ ਸਟਾਈਲਸ ਆਫ ਰਾਈਟਿੰਗ, ਨਿਊ ਫਰੇਜ਼ਿਸ ਐਂਡ ਵੋਕੈਬਲਰੀ। ਕਿ ਇਹ ਫੈਕਟ ਹੈ ਇੱਕ ਕਿ ਜਦੋਂ ਵੀ ਲੋਕ ਬੁੱਕਸ ਰੀਡ ਕਰਦੇ ਆ ਉਹ ਜਾਣੂ ਹੁੰਦੇ ਆ ਡਿਫਰੈਂਟ ਸਟਾਈਲਸ ਆਫ ਰਾਈਟਿੰਗ, ਨਿਊ ਫਰੇਜ਼ਿਸ ਬਾਰੇ, ਵੋਕੈਬਲਰੀ ਬਾਰੇ, ਫਿਰ ਉਹਦਾ ਰਿਜ਼ਲਟ ਕੀ ਨਿਕਲਦਾ। ਸੋ ਇੱਥੇ ਆਪਾਂ ਕਨੈਕਟਰ ਯੂਜ਼ ਕਰਾਂਗੇ ਕੌਨਸੀਕੁਐਂਟਲੀ। These things will help immensely. Immensely means बहुत ज़्यादा help करती है चीज़ in order to expand linguistic repertoire and develop deeper understanding of grammar and syntax. Okay, so ਇਹਦੇ ਨਾਲ ਆਪਣੀ ਜਿਹੜੀ linguistic skills ਆ ਉਹ improve ਹੁੰਦੀ ਆ, ਆਪਾਂ ਨੂੰ ਜ਼ਿਆਦਾ deep understanding ਹੁੰਦੀ ਹੈ grammar ਬਾਰੇ and syntax। On the other hand ਜੇ ਆਪਾਂ ਹੁਣ ਟੈਲੀਵਿਜ਼ਨ ਨਾਲ ਕੰਪੈਰੀਜ਼ਨ ਕਰਨਾ ਕਿਉਂਕਿ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਕੰਪੇਅਰ ਕੀਤਾ ਸੀ ਟੈਲੀਵਿਜ਼ਨ। ਹੁਣ ਟੈਲੀਵਿਜ਼ਨ ਕਾਹਤੋਂ ਨਹੀਂ ਬੈਨੀਫਿਸ਼ੀਅਲ ਹੁੰਦੇ? ਸੋ ਟੈਲੀਵਿਜ਼ਨ ਇਜ਼ ਅ ਪੈਸਿਵ ਐਕਟੀਵਿਟੀ। ਪੀਪਲ ਆਫਨ ਡੂ ਨਾਟ ਪੇ ਅਟੈਂਸ਼ਨ ਟੂ ਲਰਨ ਸਮਥਿੰਗ ਐਂਡ ਦੇ ਜਸਟ ਵਾਚ ਇਟ ਫॉर देयर एंटरटेनमेंट। ओके, सो फॉर एग्जांपल अकॉर्डिंग टू स्टडी। सो आप इत्थे एग्जांपल देवांगे लास्ट दे विच कि एक स्टडी के अकॉर्डिंग पीपल हू रीड बुक्स ऑन अ रेगुलर बेसिस, जिहड़े लोग जिहड़े रेगुलर बेसिस दे बुक्स रीड करते हैं, हैव स्ट्रोंगर कमांड ओवर लैंग्वेज स्किल्स दैन दोज हू फेवर टैलीविजन। मीनस कि उन्होंने जी लैंग्वेज लैंग्वेज की जी कमांड आ ज़्यादा स्ट्रोंग होंगी आ जे आप गल करिए उन्होंने नालों जिहड़े TV देखते हैं। ओके, सो अनदर रीजन टू जस्टिफाई माई स्टैंड इज बुक्स कंपैल द पीपल टू यूज़ देयर इमैजीनेशन पावर। बुक्स की करती हैं, फोर्स करती हैं इंडिविजुअल्स को कि वो अपनी इमैजीनेशन पावर यूज़ करे।
ਟੂ ਐਕਸਪਲੇਨ ਇਟ ਕਲੀਅਰਲੀ। ਸੋ ਵੈਨ ਪੀਪਲ ਰੀਡ ਲਾਈਕ ਜਦੋਂ ਵੀ ਲੋਕ ਰੀਡ ਕਰਦੇ ਆ ਦੇ ਐਂਗੇਜ ਇਨ ਮੈਂਟਲ ਐਕਸਰਸਾਈਜ਼। ਐਂਗੇਜ ਦਾ ਮੀਨਿੰਗ ਮੀਨਸ ਕਿ ਉਹਦੇ ਵਿੱਚ ਜੁੜ ਜਾਂਦੇ ਆ ਐਸ ਦੇ ਥਿੰਕ ਅਬਾਊਟ ਕਰੈਕਟਰਸ ਲਾਈਕ ਉਹ ਸੋਚਣ ਲੱਗ ਜਾਂਦੇ ਕਰੈਕਟਰਸ ਬਾਰੇ, ਪਲੇਸਿਸ ਐਂਡ ਸੀਨਸ ਵਿਚ ਦੇ ਆਰ ਰੀਡਿੰਗ ਬੁੱਕਸ ਮੀਨਸ ਕਿ ਜਿਹੜੇ ਉਹ ਰੀਡ ਕਰ ਰਹੇ ਹੁੰਦੇ ਆ ਬੁੱਕਸ ਦੇ ਵਿੱਚ। ਸੋ ਅਨਲਾਈਕ ਟੈਲੀਵਿਜ਼ਨ ਦੇ ਐਕਟਿਵਲੀ ਪਾਰਟੀਸਿਪੇਟ ਇਨ ਦਾ ਸਟੋਰੀ ਟੈਲਿੰਗ ਪ੍ਰੋਸੈਸ ਵਿਚ ਇੰਪਰੂਵਸ देयर ਇਮੈਜੀਨੇਸ਼ਨ ਸਕਿੱਲ। ਫੋਰ ਐਗਜ਼ਾਮਪਲ ਹੁਣ ਇੱਥੇ ਲਾਸਟ ਤੇ ਆਪਾਂ ਪਰਸਨਲ ਐਗਜ਼ਾਮਪਲ ਇਨਕਲੂਡ ਕਰਾਂਗੇ। ਸੋ ਇਹ ਵੀ ਬਹੁਤ ਕਨਫਿਊਜ਼ਨ ਹੁੰਦੀ ਆ ਸਟੂਡੈਂਟਸ ਦੇ ਵਿੱਚ ਕਿ ਸਰ ਅਸੀਂ ਪਰਸਨਲ ਐਗਜ਼ਾਮਪਲ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ। ਸੋ ਸਟੂਡੈਂਟਸ ਤੁਸੀਂ ਪਰਸਨਲ ਐਗਜ਼ਾਮਪਲ ਇਨਕਲੂਡ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਐਂਡ ਇਹਦੇ ਵਿੱਚ ਜਿਵੇਂ ਆਪਾਂ ਐਗਜ਼ਾਮਪਲ ਦਿੱਤੀ ਆ ਬੈਸਟ ਫਰੈਂਡ ਆਫ ਮਾਈਨ ਲਵਸ ਟੂ ਰੀਡ ਬੁੱਕਸ ਲਾਈਕ ਮੇਰਾ ਬੈਸਟ ਫਰੈਂਡ ਆ ਮੀਨਸ ਬੁੱਕਸ ਰੀਡ ਕਰਨਾ ਪਸੰਦ ਕਰਦਾ। ਉਹਦਾ ਰਿਜ਼ਲਟ ਕੀ ਆ ਰਿਜ਼ਲਟਿੰਗ ਇਨ ਗ੍ਰੇਟ ਇਮੈਜੀਨੇਸ਼ਨ ਪਾਵਰ ਹੀ ਹੈਜ਼ ਮੀਨਸ ਕਿ ਉਹਦੀ ਜਿਹੜੀ ਇਮੈਜੀਨੇਸ਼ਨ ਪਾਵਰ ਆ ਬਹੁਤ ਜ਼ਿਆਦਾ ਵਧੀਆ ਗ੍ਰੇਟ ਆ। ਐਂਡ ਦਿਸ ਸਟੇਟਮੈਂਟ ਪ੍ਰੂਵ ਦੈਟ ਹਾਊ ਬੁੱਕਸ ਕੈਨ ਹੈਲਪ ਟੂ ਡਿਵੈਲਪ ਇਮੈਜੀਨੇਸ਼ਨ ਸਕਿੱਲ। ਸੋ ਇਨ ਕਨਕਲੂਜਨ ਸੋ ਕਨਕਲੂਜਨ ਦੇ ਵਿੱਚ ਜਿਹੜਾ ਕੁਛ ਆਪਾਂ ਉੱਪਰ ਮੈਂਸ਼ਨ ਕਰਕੇ ਆਏ ਆ ਉਹੀ ਐਡ ਕਰਨਾ, ਕੁਝ ਐਕਸਟਰਾ ਨਹੀਂ ਐਡ ਕਰਨਾ। So it is clear from above mentioned statements that reading books hold upper hand in terms of cultivating imagination and language skills as compared to TV, as books are not only flooded with distinct kinds of vocabulary but also imaginary characters. So that's for today guys. So ਆਪਾਂ ਜਿਹੜਾ ਵੀ ਨੈਕਸਟ ਟਾਸਕ ਆਊਗਾ ਐਗਜ਼ਾਮ ਦੇ ਵਿੱਚ ਉਹ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰੂੰਗਾ। ਸੋ ਨਾਲ ਦੀ ਨਾਲ ਹੁਣ ਮੈਂ ਕਿਊ ਕਾਰਡ ਵੀ ਅਪਲੋਡ ਕਰ ਰਹੇ ਹਾਂ ਅਸੀਂ ਡੇਲੀ ਐਂਡ ਕੁਛ ਕੁ ਹੀ ਟਾਈਮ ਦੇ ਵਿੱਚ ਤੁਹਾਡੇ ਹੋਰ ਵੀ ਜਿਹੜੀਆਂ ਵੀਡੀਓਜ਼ ਰਿਲੇਟਡ ਟੂ ਆਇਲਸ ਰਾਈਟਿੰਗ ਦੇ ਲਈ, ਰਾਈਟਿੰਗ ਟਾਸਕ 1 ਦੇ ਲਈ, ਰੀਡਿੰਗ ਦੇ ਨਾਲ ਸਾਰੀਆਂ ਅਪਲੋਡ ਕਰਾਂਗੇ। ਸੋ ਦੈਟਸ ਵਾਈ ਮਸਟ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।